ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰਾਜਾ ਫਤਿਹ ਚੰਦ ਮੈਣੀ ਤੇ ਉਸ ਦੀ ਰਾਣੀ ਦਾ ਪ੍ਰੇਮ। ਸ੍ਰੀ ਗੁਰੂ ਤੇਗ ਬਹਾਦਰ ਜੀ ਭਾਵੇਂ ਕੁਝ ਦਿਨ ਹੀ ਪਟਨਾ ਵਿੱਚ ਠਹਿਰੇ ਸਨ, ਪਰ ਕੁਝ ਦਿਨਾਂ ਵਿੱਚ ਹੀ ਬੇਅੰਤ ਲੋਕ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਸਨ ਕਿ ਜਿਨ੍ਹਾਂ ਦੀਆਂ ਗੁਰੂ ਸ਼ਰਧਾ ਨਾਲ ਕਾਮਨਾ ਪੂਰਨ ਹੋਈਆਂ ਸਨ। ਪਟਨੇ ਦੇ ਇਲਾਕੇ ਦੇ ਹਾਕਮ ਨਵਾਬ ਦੋ ਮੁਸਲਮਾਨ ਭਰਾ ਰਹੀਮ ਬਖਸ਼ ਤੇ ਕਰੀਮ ਬਖਸ਼ ਸਨ, ਜਿਨ੍ਹਾਂ ਦੇ ਬਾਗ ਵਿੱਚ ਗੁਰੂ ਜੀ ਅਜੇ ਪਹਿਲੇ ਦਿਨ ਉਤਰੇ ਸਨ। ਇਹ ਬਾਗ ਸੁੱਕਾ ਵੈਰਾਨ ਹੋਇਆ ਪਿਆ ਸੀ, ਪਰ ਜਿਉਂ ਹੀ ਰਬਾਬੀਆਂ ਨੇ ਰਸ ਭਿੰਨਾ ਧੁਰੋਂ ਆਈ ਗੁਰਬਾਣੀ ਦਾ ਕੀਰਤਨ ਸ਼ੁਰੂ ਕੀਤਾ ਤੇ ਆਵਾਜ਼ ਹਵਾ ਵਿੱਚ ਗੂੰਜੀ, ਤਿਉਂ ਹੀ ਰੱਬੀ ਬਾਣੀ ਦੀ ਆਵਾਜ਼ ਸੁਣ ਕੇ ਸਾਰੀ ਪੌਣ ਮਹਿਕ ਵਾਲੀ ਹੋ ਗਈ ਤੇ ਸੁੱਕੇ ਸੜੇ ਦਰਖਤਾਂ ਤੇ ਬੂਟਿਆਂ ਵਿੱਚ ਇੱਕਦਮ ਹਰਿਆਵਲ ਆਉਣੀ ਸ਼ੁਰੂ ਹੋ ਗਈ। ਥੱਲੇ ਸੁੱਕਾ ਸੜਿਆ ਘਾਹ ਸੀ, ਉਹ ਵੀ ਹਰਿਆ ਭਰਿਆ ਹੋ ਗਿਆ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਲਾਦੀਪ ਲੰਕਾ ਵਿੱਚ ਗਏ ਸਨ ਤਾਂ ਉੱਥੇ ਮਰਦਾਨੇ ਰਬਾਬ ਦੀ ਆਵਾਜ਼, ਰਬਾਬ ਦੀ ਸੁਰੀਲੀ ਲੈਅ ਤੇ ਇਲਾਹੀ ਸ਼ਬਦ ਦੀ ਗੂੰਜ ਨੇ ਉੱਥੋਂ ਦੇ ਸੁੱਕੇ ਬਾਗ ਨੂੰ ਹਰਾ ਕਰਕੇ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ ਦੀ ਮਿਸਾਲ ਪ੍ਰਤੱਖ ਕਰ ਦਿੱਤੀ ਸੀ। ਇਵੇਂ ਹੀ ਪਟਨੇ ਦੇ ਨਵਾਬ ਭਰਾਵਾਂ ਨੂੰ ਵੀ ਗੁਰੂ ਜੀ ਦੇ ਬਾਗ ਵਿੱਚ ਆ ਬੈਠਣ ਤੋਂ ਇਲਾਹੀ ਤੇ ਧੁਰ ਦੀ ਬਖਸ਼ਿਸ਼ ਦਾ ਅਹਿਸਾਸ ਹੋ ਗਿਆ। ਉਹ ਗੁਰੂ ਜੀ ਦੀ ਚਰਨੀ ਲੱਗੇ ਤੇ ਉਹਨਾਂ ਦੇ ਮਨ ਵਿੱਚ ਐਸਾ ਪ੍ਰੇਮ ਪਿਆਰ ਉਪਜਿਆ ਕਿ ਉਹਨਾਂ ਨੇ ਦੋ ਪਿੰਡ ਤੇ ਇੱਕੋ ਬਾਗ ਜੋ ਸੁੱਕਾ ਹਰਿਆ ਹੋਇਆ ਸੀ, ਗੁਰੂ ਜੀ ਦੇ ਨਾਮ ਲਾ ਦਿੱਤੇ। ਉਹ ਹਰਿਆ ਭਰਿਆ ਬਾਗ ਤੇ ਦੋ ਪਿੰਡ ਅਜੇ ਵੀ ਗੁਰਦੁਆਰਾ ਪਟਨਾ ਸਾਹਿਬ ਦੇ ਨਾਮ ਹੀ ਚੱਲੇ ਆ ਰਹੇ ਹਨ। ਇਸ ਤਰ੍ਹਾਂ ਇੱਕ ਸ਼ਾਹੂਕਾਰ ਬਾਣੀਆ ਜਗਤ ਸੇਠ ਵੀ ਗੁਰੂ ਜੀ ਦੀ ਸ਼ਰਨੀ ਲੱਗਾ ਤੇ ਉਸਨੇ ਪੁੱਤਰ ਦੀ ਜਾਚਨਾ ਕੀਤੀ ਸੀ, ਸੋ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਇਸ ਦੀ ਕਾਮਨਾ ਪੂਰਨ ਹੋਈ ਤੇ ਇਸ ਦੇ ਘਰ ਦੋ ਪੁੱਤਰ ਹੋਏ ਸਨ। ਇਸ ਸਮੇਂ ਆਪ ਗੁਰੂ ਸਾਹਿਬ ਢਾਕੇ ਨੂੰ ਗਏ ਹੋਏ ਸਨ, ਪਰ ਇਹੋ ਜਿਹੇ ਕਾਮਨਾ ਵਾਲੇ ਲੋਕ ਜਦੋਂ ਸੁਣਦੇ ਕਿ ਗੁਰੂ ਜੀ ਦੇ ਸਾਹਿਬਜ਼ਾਦੇ ਵਿੱਚ ਵੀ ਭਾਰੀਆਂ ਬਰਕਤਾਂ ਹਨ ਤੇ ਜੋ ਉਹ ਕਹਿੰਦੇ ਹਨ ਉਹੀ ਹੋ ਜਾਂਦਾ ਹੈ, ਤਾਂ ਐਸੇ ਕਾਮਨਾ ਵਾਲੇ ਲੋਕ ਵੀ ਗੁਰੂ ਬਾਲਕ ਨੂੰ ਪ੍ਰਸੰਨ ਕਰਕੇ ਕਈ ਵਾਰ ਪ੍ਰਾਪਤ ਕਰਨ ਦੇ ਯਤਨਾਂ ਵਿੱਚ ਲੱਗੇ ਰਹਿੰਦੇ ਸਨ। ਹਰ ਸਮੇਂ ਜਿੱਧਰ ਵੀ ਗੁਰੂ ਬਾਲਕ ਜਾਂਦੇ, ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਦੀਆਂ ਖੇਡਾਂ ਵੇਖਦੇ ਤੇ ਸਮੇਂ ਦੀ ਤਾੜ ਵਿੱਚ ਰਹਿੰਦੇ ਕਿ ਕਿਤੇ ਖੁਸ਼ੀ ਵਿੱਚ ਆ ਕੇ ਸਾਡੇ ਵੱਲ ਸੁੰਦਰ ਮੁਖੜਾ ਕਰਨ ਤਾਂ ਅਸੀਂ ਆਪਣੇ ਦਿਲ ਦੀ ਗੱਲ ਕਹਿ ਦਈਏ। ਪਰ ਪ੍ਰਭੂ ਦੀ ਖੇਡ ਨੂੰ ਕੌਣ ਜਾਣਦਾ ਹੈ ਤੇ ਗੁਰੂ ਬਾਲਕ ਦੀ ਮੌਜ ਨੂੰ ਵੀ ਕੌਣ ਜਾਣ ਸਕਦਾ ਹੈ। ਰਾਜਾ ਫਤਿਹ ਚੰਦ ਤੇ ਉਸ ਦੀ ਰਾਣੀ ਪੁੱਤਰ ਦੀ ਦਾਤ ਤੋਂ ਖਾਲੀ ਹੋਣ ਕਰਕੇ ਬੜਾ ਉਦਾਸ ਤੇ ਨਿਰਾਸ਼ ਰਹਿੰਦੇ ਸਨ। ਉਹ ਪੰਡਿਤ ਸ਼ਿਵਦੱਤ ਨੂੰ ਜਾਣਦੇ ਸਨ। ਇਹ ਦੋਵੇਂ ਰਾਜਾ ਰਾਣੀ ਇੱਕ ਦਿਨ ਉਸ ਕੋਲ ਗਏ ਤੇ ਆਪਣੇ ਦਿਲ ਦੀ ਗੱਲ ਦੱਸ ਕੇ ਜੋਤਿਸ਼ ਲਾਉਣ ਲਈ ਕਿਹਾ। ਪੰਡਿਤ ਨੇ ਅੱਗੋਂ ਕਿਹਾ, ਨਾ ਜੋਤਿਸ਼ ਲਵਾਓ, ਨਾ ਹੋਰ ਕੋਈ ਉਪਾਅ ਕਰੋ। ਜੇ ਕਾਮਨਾ ਪੂਰਨ ਕਰਨੀ ਹੈ ਤਾਂ ਮੇਰੇ ਬਾਲਾ ਪ੍ਰੀਤਮ ਬਾਲਕ ਗੁਰੂ ਪੁੱਤਰ ਦੀ ਅਰਾਧਨਾ ਕਰੋ। ਜੇ ਉਹ ਪ੍ਰਸੰਨ ਹੋ ਕੇ ਕਿਤੇ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਦਾ ਵਰ ਦੇ ਦੇਣ ਤਾਂ ਨਿਸ਼ਚੇ ਹੀ ਤੁਸੀਂ ਇਸ ਕਾਮਨਾ ਨੂੰ ਪੂਰੀ ਹੋਈ ਦੇਖ ਲਵੋਗੇ, ਭਾਵੇਂ ਇਹ ਕਿੰਨੀ ਵੀ ਕਠਿਨ ਹੈ। ਇਸ ਲਈ ਮੇਰੇ ਕਹੇ ਲੱਗੋ ਤੇ ਬਾਲਕ ਗੁਰੂ ਜੀ ਦਾ ਚਰਨ ਸ਼ਰਨ ਦਾ ਆਸਰਾ ਲਵੋ। ਮੈਂ ਸੱਚ ਕਹਿੰਦਾ ਹਾਂ ਤੇ ਪ੍ਰਤੱਖ ਦੇਖ ਲਿਆ ਹੈ ਕਿ ਇਹ ਗੁਰੂ ਪੁੱਤਰ ਨਿਰੇ ਹੀ ਭਗਵਾਨ ਦਾ ਰੂਪ ਹਨ। ਲੋੜ ਮਨੁੱਖ ਕੋਲੋਂ ਕੀ ਕੁਝ ਨਹੀਂ ਕਰਾਉਂਦੀ। ਰਾਜਾ ਤੇ ਰਾਣੀ ਬੜੀ ਰੀਝ ਪ੍ਰੀਤ ਨਾਲ ਬਾਲਕ ਗੁਰੂ ਨੂੰ ਬਾਲਕਾਂ ਵਿੱਚ ਖੇਡਦੇ ਦੇਖਣ ਜਾਂਦੇ, ਪਰ ਤੁਰਤ ਫੁਰਤ ਹੀ ਭੱਜ ਜਾਣ ਵਾਲੇ ਬਾਲਕਾਂ ਦੀ ਟੋਲੀ ਦੇ ਇਸ ਸਰਦਾਰ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਕਿਵੇਂ ਕੋਈ ਕੁਝ ਕਹਿ ਸੁਣ ਸਕਦਾ ਸੀ।
ਜਾਂ ਉਸ ਨਾਲ ਜ਼ਬਾਨ ਸਾਂਝੀ ਕਰ ਸਕਦਾ ਸੀ। ਪਰ ਚੰਗੇ ਭਾਗ ਸਨ। ਰਾਜਾ ਰਾਣੀ ਨਿਰਾਸ਼ ਨਹੀਂ ਹੋਏ। ਉਹ ਪੰਡਿਤ ਸ਼ਿਵਦੱਤ ਦੇ ਕਹਿਣ ਅਨੁਸਾਰ ਕਿ ਆਪਣੇ ਘਰ ਵਿੱਚ ਹੀ ਬਾਲਾ ਪ੍ਰੀਤਮ ਦੀ ਅਰਾਧਨਾ ਕਰੋ, ਫਿਰ ਉਹ ਆਪਣੇ ਆਪ ਹੀ ਤੁਹਾਡੇ ਮਨ ਦੀ ਗੱਲ ਤੁਹਾਥੋਂ ਪੁੱਛਣਗੇ। ਇਸ ਗੱਲ ਉੱਤੇ ਦ੍ਰਿੜਤਾ ਨਾਲ ਅਮਲ ਕਰਨ ਲੱਗੇ। ਰਾਜਾ ਤੇ ਰਾਣੀ ਨੇ ਇਸੇ ਤਰ੍ਹਾਂ ਕੀਤਾ। ਰਾਜਾ ਤਾਂ ਵਿਹਾਰੀ ਬੰਦਾ ਸੀ, ਇਸ ਲਈ ਉਹ ਧਿਆਨ ਵਿੱਚ ਜੁੜਦਾ ਜ਼ਰੂਰ, ਪਰ ਫਿਰ ਕਾਰੋਬਾਰ ਦੇ ਸਿਲਸਿਲੇ ਵਿੱਚ ਕਿਸੇ ਪਾਸੇ ਚਲਾ ਜਾਂਦਾ। ਪਰ ਰਾਣੀ ਦੀ ਅਰਾਧਨਾ ਪ੍ਰੀਤ ਤੇ ਪ੍ਰੇਮ ਵਿੱਚ ਮਗਨ ਹੁੰਦੀ ਗਈ, ਇੱਥੋਂ ਤੱਕ ਕਿ ਰੋਟੀ ਖਾਣੀ ਤੇ ਪਾਣੀ ਵੀ ਭੁੱਲਦਾ ਜਾਂਦਾ ਸੀ ਤੇ ਦਾਸੀਆਂ ਉਸ ਦੀ ਸੂਰਤੀ ਨੂੰ ਉਖਾੜ ਕੇ ਰੋਟੀ ਖਵਾਉਂਦੀਆਂ ਤੇ ਪਾਣੀ ਪਿਆਉਂਦੀਆਂ ਸਨ। ਪ੍ਰੇਮ ਦੀ ਖਿੱਚ ਮਿਕਨਾਤੀਸੀ ਖਿੱਚ ਨਾਲੋਂ ਵਧੇਰੇ ਬਲ ਵਾਲੀ ਹੁੰਦੀ ਹੈ ਜੇ ਸੱਚੇ ਦਿਲ ਨਾਲ ਕੀਤੀ ਜਾਵੇ। ਰਾਣੀ ਦੀ ਪ੍ਰੀਤ ਤੇ ਪ੍ਰੇਮ ਖਿੱਚ ਦਾ ਅਸਰ ਗੁਰੂ ਬਾਲਕ ਤੇ ਬਾਲਾਂ ਵਿੱਚ ਖੇਡਦਿਆਂ ਹੀ ਹੋਣਾ ਸ਼ੁਰੂ ਹੋ ਗਿਆ ਤੇ ਉਹ ਕਈ ਵਾਰੀ ਖੇਡਦੇ ਖੇਡਦੇ ਆਉਂਦੇ ਤੇ ਰਾਣੀ ਦੇ ਮਹਿਲਾਂ ਦੇ ਅੱਗੋਂ ਤੇ ਕਦੇ ਪਿੱਛੋਂ ਲੰਘ ਜਾਂਦੇ। ਬਾਲਕ ਗੁਰੂ ਦੀ ਫੌਜ ਆਉਂਦੇ ਵੇਖ ਕੇ ਰਾਣੀ ਦੀਆਂ ਦਾਸੀਆਂ ਰਾਣੀ ਦੀ ਪ੍ਰੀਤ ਸੁਰਤੀ ਨੂੰ ਵਿੱਚੇ ਹੀ ਤੋੜ ਕੇ ਸੁਨੇਹਾ ਦਿੰਦੀਆਂ ਕਿ ਬਾਲਾ ਪ੍ਰੀਤਮ ਜੀ ਆ ਰਹੇ ਹਨ। ਰਾਣੀ ਉੱਪਰ ਜਾ ਕੇ ਦੇਖਦੀ, ਦਰਸ਼ਨ ਕਰਦੀ, ਪਰ ਹੈਰਾਨ ਹੋ ਜਾਂਦੀ ਜਦੋਂ ਬਾਲਕਾਂ ਦੀ ਫੌਜ ਗੁਰੂ ਬਾਲਕ ਦੇ ਹੁਕਮ ਤੇ ਫਤਿਹ ਚੰਦ ਮੈਣੀ ਦੇ ਘਰ ਕੋਲ ਹੋ ਕੇ ਫਿਰ ਵਾਪਸ ਦੌੜ ਜਾਂਦੀ ਤੇ ਆਪਣੀ ਮੌਜ ਵਿੱਚ ਜਿੱਧਰ ਦਿਲ ਕਰਦਾ ਚਲੀ ਜਾਂਦੀ। 2-4 ਵਾਰ ਇਉਂ ਹੋਇਆ ਤਾਂ ਰਾਣੀ ਨੇ ਦਾਸੀਆਂ ਨੂੰ ਹਦਾਇਤ ਕੀਤੀ ਕਿ ਤੁਸੀਂ ਮੈਨੂੰ ਬੈਠੇ ਰਹਿਣ ਦਿਆ ਕਰੋ। ਪੰਡਿਤ ਸ਼ਿਵਦੱਤ ਦਾ ਕਹਿਣਾ ਝੂਠ ਨਹੀਂ, ਉਹ ਜ਼ਰੂਰ ਬਾਲਾ ਪ੍ਰੀਤਮ ਆਪੇ ਹੀ ਆਉਣਗੇ, ਆਪੇ ਹੀ ਮੈਨੂੰ ਆ ਕੇ ਬੁਲਾਉਣਗੇ। ਇਸ ਲਈ ਤੁਸੀਂ ਮੈਨੂੰ ਮੇਰੇ ਧਿਆਨ ਵਿੱਚ ਹੀ ਬੈਠੇ ਰਹਿਣ ਦਿਆ ਕਰੋ। ਮੈਨੂੰ ਰੋਟੀ ਪਾਣੀ ਵੀ ਨਾ ਪੁੱਛਿਆ ਕਰੋ, ਮੈਂ ਆਪ ਹੀ ਖਾ ਲਿਆ ਕਰਾਂਗੀ। ਮੈਨੂੰ ਯਕੀਨ ਹੁੰਦਾ ਜਾ ਰਿਹਾ ਹੈ ਕਿ ਬਾਲਾ ਪ੍ਰੀਤਮ ਜੀ ਜ਼ਰੂਰ ਆਉਣਗੇ। ਉਹ ਜ਼ਰੂਰ ਮੇਰੇ ਦਿਲ ਦੀ ਗੱਲ ਪੁੱਛ ਕੇ ਮੇਰੀ ਪ੍ਰੀਤ ਨੂੰ ਪੂਰਾ ਕਰ ਦੇਣਗੇ। ਸੱਚਮੁੱਚ ਹੀ ਰਾਣੀ ਨੂੰ ਹੁਣ ਅਜਾਮਲ ਵਾਂਗ ਪੁੱਤਰ ਦੀ ਤਾਂ ਗੱਲ ਹੀ ਭੁੱਲ ਗਈ। ਅਜਾਮਲ ਕੇਵਲ ਨਰਾਇਣ ਨਰਾਇਣ ਹੀ ਕਹਿਣ ਲੱਗ ਗਿਆ ਸੀ ਤੇ ਰਾਣੀ ਕੇਵਲ ਬਾਲਾ ਪ੍ਰੀਤਮ ਦੇ ਦਰਸ਼ਨ ਦੀ ਪ੍ਰੀਤ ਵਿੱਚ ਹੀ ਮਗਨ ਹੋਣ ਲੱਗ ਗਈ ਸੀ। 2-4 ਦਿਨ ਮਗਰੋਂ ਦਾਸੀਆਂ ਨੇ ਫਿਰ ਦੇਖਿਆ ਕਿ ਬਾਲਾ ਪ੍ਰੀਤਮ ਜੀ ਬਾਲਕਾਂ ਸਮੇਤ ਰਾਣੀ ਦੇ ਮਹੱਲਾਂ ਵੱਲ ਆ ਰਹੇ ਹਨ। ਰਾਣੀ ਉਸ ਵੇਲੇ ਅੱਖਾਂ ਮੀਟੀ ਚੌਂਕੇ ਵਿੱਚ ਬੈਠੀ ਬਾਲਾ ਪ੍ਰੀਤਮ ਦੇ ਦਰਸ਼ਨਾਂ ਦੀ ਖਿੱਚ ਵਿੱਚ ਮਸਤ ਸੀ। ਵਾਹ ਧੰਨ ਗੁਰੂ ਬਾਲਕ! ਦਾਸੀਆਂ ਵੇਖ ਰਹੀਆਂ ਸਨ ਕਿ ਅੱਜ ਬਾਲਕਾਂ ਦੀ ਫੌਜ ਮਹਿਲਾਂ ਦੇ ਅੰਦਰ ਲੰਘ ਆਈ। ਬਾਲਾ ਪ੍ਰੀਤਮ ਜੀ ਅੱਗੇ ਅੱਗੇ ਸਨ। ਉਹ ਆਉਂਦੇ ਹੀ ਰਾਣੀ ਦੀ ਗੋਦ ਵਿੱਚ ਜਾ ਬੈਠੇ ਤੇ ਮਾਤਾ ਜੀ ਝਾਤ ਰਾਣੀ ਦੀ ਅੱਖ ਖੁੱਲ੍ਹ ਗਈ। ਉਸ ਵੇਖਿਆ ਸੁੰਦਰ ਮੁਖੜੇ ਵਾਲਾ ਬਾਲਾ ਪ੍ਰੀਤਮ ਉਸ ਦੀ ਗੋਦ ਵਿੱਚ ਹੈ ਤੇ ਉਸ ਦੀ ਇਹ ਸੱਧਰ ਕਿ ਕੋਈ ਉਸ ਨੂੰ ਵੀ ਮਾਂ ਜੀ ਕਹਿ ਕੇ ਬੁਲਾਵੇ ਪੂਰੀ ਹੋ ਗਈ ਸੀ। ਨਿੱਕੀਆਂ ਨਿੱਕੀਆਂ ਬਾਹਾਂ ਤੇ ਹੱਥ ਰਾਣੀ ਦੇ ਗਲ ਵਿੱਚ ਸਨ। ਰਾਣੀ ਦੇ ਮੂੰਹੋਂ ਨਿਕਲਿਆ, ਵਾਹ ਮੇਰੇ ਲਾਲ, ਮੈਂ ਬਲਿਹਾਰੀ ਹਾਂ, ਜਿਉ ਸਦਕੇ ਹਾਂ। ਇਹ ਕਹਿ ਕੇ ਰਾਣੀ ਨੇ ਦਾਸੀਆਂ ਨੂੰ ਹੁਕਮ ਦਿੱਤਾ, ਜਾਓ ਮੇਰੇ ਲਾਲ ਲਈ ਖਾਣ ਵਾਸਤੇ ਕੁਝ ਮਠਿਆਈਆਂ ਲੈ ਆਓ। ਇਹ ਗੱਲ ਸੁਣ ਕੇ ਝੱਟ ਹੀ ਗੁਰੂ ਬਾਲਕ ਬੋਲੇ, ਨਾ ਮਾਤਾ, ਮਠਿਆਈ ਦੀ ਲੋੜ ਨਹੀਂ। ਜੋ ਘਰ ਵਿੱਚ ਦਲੇ ਹੋਏ ਛੋਲੇ ਤੇ ਦੁੱਧ ਪੂੜੀ ਆਦਿਕ ਤਿਆਰ ਹੈ, ਉਹੀ ਸਾਨੂੰ ਦਿਓ, ਅਸੀਂ ਉਹੀ ਖਾਵਾਂਗੇ। ਰਾਣੀ ਹੈਰਾਨ ਤੇ ਅਚਰਜ ਹੋਈ ਕਿ ਘਰ ਅੰਦਰਲੀ ਚੀਜ਼ ਨੂੰ ਕਿਵੇਂ ਜਾਣ ਗਏ। ਪਰ ਝੱਟ ਹੀ ਪੰਡਿਤ ਸ਼ਿਵਦੱਤ ਦੇ ਬਚਨ ਕਿ ਗੁਰੂ ਬਾਲਕ ਸਾਖਿਆਤ ਭਗਵਾਨ ਦਾ ਰੂਪ ਹਨ ਚੇਤੇ ਆਏ। ਉਹ ਹੁਣ ਆਪ ਉੱਠੀ ਤੇ ਕਿਹਾ, ਮੈਂ ਆਪਣੇ ਲਾਲ ਦੀ ਸੇਵਾ ਆਪ ਕਰਾਂਗੀ। ਛੋਲੇ ਦੁੱਧ ਤੇ ਪੂੜੀਆਂ ਦਸ਼ਮੇਸ਼ ਜੀ ਦੇ ਅੱਗੇ ਲਿਆ ਰੱਖੀਆਂ। ਦਸ਼ਮੇਸ਼ ਜੀ ਨੇ ਭੋਗ ਲਾ ਕੇ ਬਾਕੀ ਸਭ ਕੁਝ ਆਪਣੇ ਸਾਥੀ ਬਾਲਕਾਂ ਨੂੰ ਵਰਤਾ ਦਿੱਤਾ। ਪੂੜੀਆਂ ਤੇ ਛੋਲੇ ਛਕਣ ਮਗਰੋਂ ਗੁਰੂ ਬਾਲਕ ਹੱਸ ਕੇ ਬੋਲੇ,
ਮਾਤਾ ਜੀ ਅਸੀਂ ਰੋਜ਼ ਹੀ ਆਇਆ ਕਰਾਂਗੇ, ਤੁਸੀਂ ਸਾਡੇ ਲਈ ਪੂੜੀਆਂ ਅਤੇ ਛੋਲੇ ਤਿਆਰ ਰੱਖਿਆ ਕਰੋ। ਰਾਣੀ ਨੇ ਧੰਨ ਭਾਗ ਸਮਝੇ। ਉਹ ਰੋਜ਼ ਹੀ ਛੋਲੇ ਅਤੇ ਪੂੜੀਆਂ ਤਿਆਰ ਕਰਕੇ ਰੱਖਦੀ ਅਤੇ ਗੁਰੂ ਬਾਲਕਾਂ ਸਮੇਤ ਜਾਂਦੇ ਅਤੇ ਛਕ ਆਉਂਦੇ। ਇੱਕ ਦਿਨ ਮੌਕਾ ਵੇਖ ਕੇ ਰਾਣੀ ਨੇ ਪੁੱਤਰ ਦੀ ਇੱਛਾ ਪ੍ਰਗਟ ਕੀਤੀ ਤਾਂ ਦਸ਼ਮੇਸ਼ ਜੀ ਨੇ ਕਿਹਾ, ਮਾਤਾ ਜੀ ਅਸੀਂ ਜੋ ਤੁਹਾਡੇ ਪੁੱਤਰ ਹਾਂ, ਹੋਰ ਪੁੱਤਰ ਤੁਸੀਂ ਕੀ ਕਰਨਾ ਹੈ। ਇਹ ਸੁਣ ਕੇ ਰਾਣੀ ਨਿਹਾਲ ਹੋ ਗਈ। ਜਿੰਨਾ ਚਿਰ ਦਸ਼ਮੇਸ਼ ਜੀ ਪਟਨਾ ਵਿੱਚ ਰਹੇ, ਉਹ ਰੋਜ਼ ਹੀ ਮਹਿਲਾਂ ਵਿੱਚ ਜਾ ਕੇ ਰਾਣੀ ਦੀ ਗੋਦ ਵਿੱਚ ਬਹਿੰਦੇ ਰਹੇ ਅਤੇ ਛੋਲੇ ਪੂੜੀਆਂ ਖਾਂਦੇ ਰਹੇ। ਅੱਜ ਵੀ ਗੁਰਦੁਆਰਾ ਮੈਣੀ ਸਾਹਿਬ ਵਿੱਚ ਛੋਲੇ ਘੁੰਗਣੀਆਂ ਦਾ ਪ੍ਰਸ਼ਾਦ ਵਰਤਦਾ ਹੈ।